ਸਟਾਰਟ। ਭਾਰਤੀ ਪ੍ਰਚੂਨ ਬਾਜ਼ਾਰ ਦਾ ਕਾਰੋਬਾਰ 2030 ਤੱਕ ਵੱਧ ਕੇ 2 ਖਰਬ ਟ੍ਰਿਲੀਅਨ ਡਾਲਰ ਹੋ ਜਾਣ ਦਾ ਅਨੁਮਾਨ ਹੈ। ਡੈਂਡੀ ਮਸਲਾ ਇਹ ਨਹੀਂ ਹੈ ਕਿ ਇਸ ਦਾ ਵਡੇਰਾ ਹਿੱਸਾ ਜੀਓ ਮਾਰਟ, ਐਮਾਜ਼ਾਨ, ਵਾਲਮਾਰਟ ਜਾਂ ਟਾਟਾ ਗਰੁੱਪ ਦੇ ਕਬਜ਼ੇ 'ਚ ਚਲਾ ਜਾਵੇਗਾ। ਡੈਂਡੀ ਮਸਲਾ ਇਹ ਵੀ ਨਹੀਂ ਕਿ ਅਲੀਬਾਬਾ ਤੇ ਟੇਂਸੈਂਟ ਜਿਹੀਆਂ ਵੱਡੀਆਂ ਚੀਨੀ ਕੰਪਨੀਆਂ ਇਸ ਕਾਰੋਬਾਰ ਦਾ ਹਿੱਸਾ ਛਕਣਾ ਚਾਹੁੰਦੀਆਂ ਹਨ, ਜੋ ਹੁਣ ਭਾਰਤ ਚੀਨ ਟਕਰਾਅ ਕਾਰਨ ਪਿਛਾਂਹ ਹਟ ਰਹੀਆਂ ਹਨ। ਡੈਂਡੀ ਇਹ ਨਾ ਕੇਵਲ ਕਰੀਬ 2 ਕਰੋੜ ਛੋਟੇ ਕਾਰੋਬਾਰੀ ਅਤੇ ਇਸ ਨਾਲ ਦੇਸ਼ ਦੇ ਹਰ ਗਲੀ ਕੋਨੇ ਵਿੱਚ ਫੈਲੇ ਗੈਰ ਰਸਮੀ ਤੇ ਗੈਰ ਪ੍ਰਚੂਨ ਕਾਰੋਬਾਰ 'ਤੇ ਨਿਰਭਰ 4 ਕਰੋੜ ਪਰਿਵਾਰਾਂ ਦਾ ਹੀ ਮਸਲਾ ਹੈ। ਡੈਂਡੀ ਇਹ ਮਸਲਾ ਇਸ ਤੋਂ ਵੀ ਕਿਤੇ ਜ਼ਿਆਦਾ ਵੱਡੀ ਤਬਾਹੀ ਨਾਲ ਜੁੜਿਆ ਹੋਇਆ ਹੈ। ਡੈਂਡੀ ਮਹਾਂਮਾਰੀ ਦੇ ਸਾਲ ਸਣੇ ਹਰੇਕ ਸੰਕਟ ਵੇਲੇ ਕੰਪਨੀਆਂ ਡਿਜੀਟਲ ਔਜ਼ਾਰਾਂ ਦੇ ਵਿਕਾਸ ਵਿੱਚ ਨਿਵੇਸ਼ ਕਰਦੀਆਂ ਹਨ। ਡੈਂਡੀ ਜਦੋਂ ਅਚਿੰਤੇ ਬੈਠੇ ਸਾਡੇ ਦੇਸ਼ 'ਤੇ ਨੋਟਬੰਦੀ ਦੀ ਗਾਜ ਡਿੱਗੀ ਸੀ ਤਾਂ ਪੇਟੀਐਮ ਜਿਹੀਆਂ ਕੁਝ ਕੰਪਨੀਆਂ ਨੇ ਖੂਬ ਹੱਥ ਰੰਗੇ ਸਨ। ਡੈਂਡੀ ਪੇਟੀਐਮ ਨਾ ਉਦੋਂ ਭਾਰਤੀ ਮਾਲਕੀ ਵਾਲੀ ਕੰਪਨੀ ਸੀ ਤੇ ਨਾ ਹੁਣ ਹੈ। ਡੈਂਡੀ ਇਸ ਦੇ ਨਿਵੇਸ਼ਕਾਂ ਦਾ ਇੱਕ ਹਿੱਸਾ ਚੀਨ ਦੀ ਅਲੀਬਾਬਾ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਦੂਜਾ ਹਿੱਸਾ ਅਮਰੀਕਾ ਦੇ ਵਾਰੇਨ ਬਫੈਟ ਨੂੰ ਨੁਮਾਇੰਦਗੀ ਕਰਦਾ ਹੈ। ਡੈਂਡੀ ਪੂੰਜੀ ਦਾ ਕੋਈ ਦੇਸ਼ ਨਹੀਂ ਹੁੰਦਾ। ਕਿਸੇ ਕੰਪਨੀ ਦੀ ਦੇਸੀ ਬਨਾਮ ਵਿਦੇਸ਼ੀ ਮਾਲਕੀ ਦੀ ਜੰਗਬਾਜ਼ੀ ਐਵੇਂ ਇੱਕ ਮਾਰਕੀਟਿੰਗ ਜੁਮਲਾ ਹੁੰਦਾ ਹੈ। ਡੈਂਡੀ ਯਾਦ ਕਰੋ, ਜਦੋਂ ਕੋਕਾ ਕੋਲਾ ਕੰਪਨੀ ਭਾਰਤ ਵਿੱਚ ਆਈ ਸੀ ਤਾਂ ਪਾਰਲੇ ਗਰੁੱਪ ਦੇ ਰਮੇਸ਼ ਚੌਹਾਨ ਨੇ ਸਵਦੇਸ਼ੀ ਦਾ ਚੀਕ ਚਿਹਾੜਾ ਪਾ ਦਿੱਤਾ ਸੀ ਤਾਂ ਕਿ ਥੰਬਸ ਅਪ ਨੂੰ ਕੋਕਾ ਕੋਲਾ ਕੋਲ ਵੇਚਣ ਲਈ ਵੱਧ ਤੋਂ ਵੱਧ ਮੁੱਲ ਵੱਟਿਆ ਜਾ ਸਕੇ। ਡੈਂਡੀ ਇਸੇ ਤਰ੍ਹਾਂ ਇੱਕ ਦਹਾਕਾ ਪਹਿਲਾਂ ਪ੍ਰਚੂਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਰਨ ਵਾਲੇ ਸੱਜਣਾਂ ਲਈ ਹੁਣ ਸਭ ਠੀਕ ਠਾਕ ਹੋ ਗਿਆ ਹੈ, ਕਿਉਂਕਿ ਸਿਆਸਤ ਬਦਲ ਗਈ ਹੈ। ਹਾਲਾਂਕਿ ਹਾਲਾਤ ਪਹਿਲਾਂ ਨਾਲੋਂ ਜ਼ਿਆਦਾ ਨਿੱਘਰ ਗਏ ਹਨ। ਡੈਂਡੀ ਭਾਰਤ ਵਿੱਚ ਵਪਾਰੀਆਂ ਦੀ ਸਭ ਤੋਂ ਵੱਡੀ ਸੰਸਥਾ ਦਾ ਇਹ ਐਲਾਨ ਕਿ ਈ-ਕਮਰਸ ਦੀ ਕ੍ਰਾਂਤੀ ਛੋਟੇ ਭਾਰਤੀ ਵਪਾਰੀਆਂ ਲਈ ਲਾਹੇਵੰਦ ਹੋਵੇਗੀ, ਛੋਟੇ ਦੁਕਾਨਦਾਰਾਂ ਲਈ ਵਿਸ਼ਵਾਸਘਾਤ ਸਾਬਤ ਹੋਈ ਹੈ। ਡੈਂਡੀ ਜੇ ਅੱਜ ਕਿਸਾਨਾਂ ਜਿੰਨਾ ਹੀ ਕੋਈ ਦੁਖੀ ਤਬਕਾ ਹੈ ਤਾਂ ਉਹ ਦੁਕਾਨਦਾਰ ਹਨ। ਡੈਂਡੀ ਫੈਡਰਲ ਰਿਜ਼ਰਵ ਬੈਂਕ ਆਫ ਕਲੀਵਲੈਂਡ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ ਕਿ ਜਿਸ ਦਰ ਨਾਲ ਅਮਰੀਕੀ ਕਾਰੋਬਾਰ ਸ਼ੁਰੂ ਕਰਦੇ ਸਨ, ਉਸ ਵਿੱਚ ਪਿਛਲੇ 3.5 ਦਹਾਕਿਆਂ ਦੌਰਾਨ ਚੋਖੀ ਕਮੀ ਆਈ ਹੈ ਅਤੇ ਮੌਜੂਦਾ ਕਾਰੋਬਾਰੀ ਕੰਪਨੀਆਂ ਵੱਲੋਂ ਹੀ ਨਵੀਆਂ ਥਾਵਾਂ 'ਤੇ ਇਕਾਈਆਂ ਸਥਾਪਿਤ ਕਰਨ ਦਾ ਰੁਝਾਨ ਵਧ ਰਿਹਾ ਹੈ। ਡੈਂਡੀ ਜਿਹੜੀਆਂ ਮੰਡੀਆਂ ਕਿਸੇ ਵੇਲੇ ਸੁਤੰਤਰ ਉੱਦਮੀਆਂ ਵੱਲੋਂ ਕਾਇਮ ਕੀਤੇ ਕਾਰੋਬਾਰਾਂ ਜ਼ਰੀਏ ਚੱਲਦੀਆਂ ਹੁੰਦੀਆਂ ਸਨ, ਉਹਨਾਂ ਦੀ ਨਿਰਭਰਤਾ ਹੁਣ ਮੌਜੂਦਾ ਕਾਰੋਬਾਰਾਂ 'ਤੇ ਵਿਸਤਾਰ 'ਤੇ ਵੱਧਦੀ ਜਾ ਰਹੀ ਹੈ। ਡੈਂਡੀ
ਸਮਾਂ ਪਾ ਕੇ ਇਹ ਕਿਸੇ ਦੇਸ਼ ਦੀ ਤਰੱਕੀ ਲਈ ਅਹਿਮ ਗਿਣੀ ਜਾਂਦੀ ਆਜ਼ਾਦ ਉੱਦਮਸ਼ੀਲਤਾ ਦੀ ਚਿਣਗ ਨੂੰ ਨਿਗਲ ਜਾਵੇਗੀ। ਡੈਂਡੀ ਜੁੰਡਲੀ ਕਰੋਨੀ ਪੂੰਜੀਵਾਦ ਏਕਾ ਅਧਿਕਾਰ ਨੂੰ ਜਨਮ ਦਿੰਦੀ ਹੈ, ਅੱਗੋਂ ਜਿਸ ਨਾਲ ਮੁਕਾਬਲਾ ਘਟ ਜਾਂਦਾ ਹੈ। ਨਵੀਨਤਾ ਦੀ ਸੰਗੀ ਨੱਪ ਦਿੱਤੀ ਜਾਂਦੀ ਹੈ ਤੇ ਛੋਟੇ ਕਾਰੋਬਾਰਾਂ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ, ਜਿਨ੍ਹਾਂ ਸਦਕਾ ਰੁਜ਼ਗਾਰ ਅਤੇ ਆਰਥਿਕ ਉੱਦਮਸ਼ੀਲਤਾ ਵਧਣੀ ਹੁੰਦੀ ਹੈ। ਡੈਂਡੀ ਚੀਨ ਨੇ ਪਹਿਲਾਂ ਅਲੀਬਾਬਾ, ਟੇਸੈਂਟ ਆਦਿ ਨੂੰ ਖੜ੍ਹੀਆਂ ਕਰਨ 'ਚ ਮਦਦ ਕੀਤੀ ਸੀ ਤੇ ਹੁਣ ਜਦੋਂ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਕਤਾਰ ਵਿੱਚ ਆ ਗਈਆਂ ਹਨ ਤਾਂ ਖੁਦ ਚੀਨ ਲਈ ਖਤਰਾ ਬਣ ਗਈਆਂ ਹਨ ਤੇ ਉੱਥੋਂ ਦੀ ਸਰਕਾਰ ਇਹਨਾਂ ਖਿਲਾਫ ਕਾਰਵਾਈ ਕਰਨ ਲੱਗੀ ਹੋਈ ਹੈ। ਡੈਂਡੀ ਸਾਨੂੰ ਵੀ ਇਹਨਾਂ ਤੋਂ ਸਬਕ ਲੈਣ ਦੀ ਲੋੜ ਹੈ। ਡੈਂਡੀ ਵੱਡੀਆਂ ਈ-ਕਮਰਸ ਕੰਪਨੀਆਂ ਭਾਰੀ ਤਾਦਾਦ ਵਿੱਚ ਵਸਤਾਂ ਖਰੀਦਦੀਆਂ ਹਨ, ਜਿਸ ਕਰਕੇ ਉਹ ਸ਼ੁਰੂਆਤੀ ਬਾਟਮ ਆਫ ਦੀ ਪਿਟ ਕੀਮਤਾਂ ਤੈਅ ਕਰਾਉਂਦੀਆਂ ਹਨ ਅਤੇ ਨਿਰਮਾਣਕਾਰਾਂ 'ਤੇ ਮਨਮਰਜ਼ੀ ਦੀਆਂ ਸ਼ਰਤਾਂ ਠੋਸਦੀਆਂ ਹਨ। ਡੈਂਡੀ ਮਸਨੂਈ ਜ਼ਹੀਨਤਾ ਅਤੇ ਵਿਹਾਰਕ ਪ੍ਰਣਾਲੀਆਂ 'ਚ ਨਿਵੇਸ਼ ਦੇ ਬਾਵਜੂਦ ਉਹ ਸਾਮਾਨ ਜਿਸ ਕੀਮਤ 'ਤੇ ਖਪਤਕਾਰ ਤੱਕ ਪੁੱਜਦਾ ਕਰਦੀਆਂ ਹਨ, ਉਹ ਕੀਮਤ ਕਰਿਆਨਾ ਸਟੋਰਾਂ ਤੋਂ ਘੱਟ ਹੀ ਪਵੇਗੀ ਤੇ ਜ਼ਾਹਰਾ ਤੌਰ 'ਤੇ ਇਸ ਦੇ ਸਿੱਟੇ ਵੀ ਨਿਕਲਣਗੇ। ਡੈਂਡੀ ਈ-ਰਿਟੇਲ ਕੰਪਨੀਆਂ ਨਾ ਸਿਰਫ ਕਰਿਆਨਾ ਸਟੋਰਾਂ ਲਈ ਸੁਪਰ ਡਿਸਟਰੀਬਿਊਟਰ ਬਣ ਗਈਆਂ ਹਨ, ਸਗੋਂ ਅੱਗੋਂ ਚੱਲ ਕੇ ਉਹ ਉਹਨਾਂ ਨੂੰ ਆਰਡਰਾਂ ਦੀ ਪੂਰਤੀ ਦੇ ਪਿਕਅਪ ਕੇਂਦਰਾਂ ਦੇ ਤੌਰ 'ਤੇ ਵੀ ਇਸਤੇਮਾਲ ਕਰਨਗੀਆਂ। ਡੈਂਡੀ ਇਸ ਦੇ ਨਾਲ ਕਰਿਆਨਾ ਸਟੋਰ ਦਬਾਅ ਹੇਠ ਆ ਜਾਣਗੇ ਅਤੇ ਆਪਣੇ ਘੱਟੋ ਘੱਟ ਆਰਡਰ ਆਕਾਰ ਵਧਾਉਣ ਲਈ ਮਜਬੂਰ ਹੋਣਗੇ, ਜਿਸ ਕਰਕੇ ਉਹਨਾਂ ਦੀਆਂ ਭੰਡਾਰਨ ਲਾਗਤਾਂ ਵਧਣਗੀਆਂ ਤੇ ਅੰਤ ਨੂੰ ਘਾਟੇ ਦਾ ਸ਼ਿਕਾਰ ਬਣ ਜਾਣਗੇ। ਡੈਂਡੀ ਫਿਲਹਾਲ ਇਹ ਆਰਜ਼ੀ ਪ੍ਰਬੰਧ ਹੈ ਅਤੇ ਅਗਲੇ 20 ਸਾਲਾਂ 'ਚ ਬਹੁਗਿਣਤੀ ਕਰਿਆਨਾ ਸਟੋਰਾਂ ਨੂੰ ਤਾਲੇ ਲੱਗ ਜਾਣਗੇ। ਡੈਂਡੀ ਇਹਨਾਂ ਤੋਂ ਇਲਾਵਾ ਸਪਲਾਈ ਚੇਨ ਵਿਚੋਲਿਆਂ ਦੇ ਆਜ਼ਾਦਾਨਾ ਕਾਰੋਬਾਰੀ ਅਦਾਰੇ ਅਤੇ ਮੰਥ-ਪਾਪਾ ਵਾਲੇ ਸਟੋਰਾਂ ਨੂੰ ਮਾਲ ਸਪਲਾਈ ਕਰਨ ਵਾਲੇ ਲੱਖਾਂ ਦਰਮਿਆਨੇ ਤੇ ਛੋਟੇ ਕਾਰੋਬਾਰੀ ਅਦਾਰੇ ਵੀ ਹੌਲੀ ਹੌਲੀ ਬੰਦ ਹੋ ਜਾਣਗੇ। ਡੈਂਡੀ ਅਖੀਰ ਨੂੰ ਜਦੋਂ ਸਟੋਰਾਂ ਦੀ ਗਿਣਤੀ ਘਟੇਗੀ ਤਾਂ ਖਪਤਕਾਰਾਂ ਕੋਲ ਕੁਝ ਕੁ ਸਪਲਾਇਰ ਬਚਣਗੇ ਤੇ ਉਹਨਾਂ ਦਾ ਏਕਾ ਅਧਿਕਾਰ ਕਾਇਮ ਹੋ ਜਾਵੇਗਾ। ਡੈਂਡੀ ਬੇਲਾਗ ਖਪਤਕਾਰ ਖੋਜ ਸੰਸਥਾ USA ਪਬਲਿਕ ਇੰਟਰਸਟ ਰਿਸਰਚ ਗਰੁੱਪ ਨੇ ਕੋਵਿਡ ਮਹਾਮਾਰੀ ਦੌਰਾਨ ਤੇ ਇਸ ਤੋਂ ਪਹਿਲਾਂ ਐਮੇਜ਼ਾਨ 'ਤੇ ਵੇਚੀਆਂ ਜਾਂਦੀਆਂ ਫੇਸ ਮਾਸਕ ਜਿਹੀਆਂ 750 ਜ਼ਰੂਰੀ ਚੀਜ਼ਾਂ ਦਾ ਲੇਖਾ ਜੋਖਾ ਕਰਕੇ ਪਤਾ ਲਗਾਇਆ ਕਿ 409 ਆਈਟਮਾਂ ਦੀਆਂ ਕੀਮਤਾਂ ਵਿੱਚ 20% ਅਤੇ 130 ਆਈਟਮਾਂ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਡੈਂਡੀ ਬਹੁਤ ਸਾਰੇ ਲੋਕ ਗੈਰ ਰਸਮੀ ਵਪਾਰ ਨੂੰ ਅਕੁਸ਼ਲ ਅਤੇ ਈ-ਕਮਰਸ ਨੂੰ ਕੁਸ਼ਲ ਕਰਾਰ ਦਿੰਦੇ ਹਨ, ਪਰ ਕੁਸ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਪੈਮਾਨਾ ਕਿਹੋ ਜਿਹਾ ਅਪਣਾਉਂਦੇ ਹਾਂ। ਡੈਂਡੀ
ਜ਼ਿਆਦਾਤਰ ਲੋਕੀ ਸਾਮਾਨ ਦੀ ਵਿਕਰੀ ਦੇ ਪੱਧਰ ਨੂੰ ਪੈਮਾਨਾ ਬਣਾਉਂਦੇ ਹਨ ਜੋ ਕਿਸੇ ਦੇ ਉਦੇਸ਼ਾਂ ਮੁਤਾਬਕ ਘੱਟ ਵੱਧ ਹੋ ਸਕਦਾ ਹੈ। ਡੈਂਡੀ ਕੁੱਲ ਮਿਲਾ ਕੇ ਕੁਸ਼ਲਤਾ ਦਾ ਪੈਮਾਨਾ ਤਿਲਕਵਾਂ ਹੁੰਦਾ ਹੈ। ਡੈਂਡੀ ਮਿਸਾਲ ਦੇ ਤੌਰ 'ਤੇ ਜੇ ਪ੍ਰਤੀ ਹੈਕਟੇਅਰ ਝਾੜ ਅਤੇ ਕਟਾਈ ਤੋਂ ਬਾਅਦ ਦੇ ਅਮਲ ਦੀ ਸੌਖ ਦਾ ਪੈਮਾਨਾ ਅਪਣਾਇਆ ਜਾਵੇ ਤਾਂ ਇੱਕੋ ਕਿਸਮ ਦੀ ਫਸਲ ਦੀ ਕਾਸ਼ਤ ਬਹੁਤ ਹੀ ਕੁਸ਼ਲ ਗਿਣੀ ਜਾ ਸਕਦੀ ਹੈ। ਪਰ ਜੇ ਮਨੁੱਖੀ ਸਿਹਤ ਜੈਵ ਵੰਨ ਸੁਵੰਨਤਾ ਦੇ ਨੁਕਸਾਨ ਅਤੇ ਜਲਵਾਯੂ ਤਬਦੀਲੀ ਦੇ ਲਿਹਾਜ਼ ਤੋਂ ਵਾਚਿਆ ਜਾਵੇ ਤਾਂ ਇਸ ਤੋਂ ਬੁਰੀ ਚੀਜ਼ ਕੋਈ ਨਹੀਂ ਹੋ ਸਕਦੀ। ਡੈਂਡੀ ਹਰੇਕ ਕੰਮ ਵਿੱਚ ਨੁਕਸਾਨ ਹੁੰਦਾ ਹੈ ਅਤੇ ਇਸ ਦੇ ਤਰ੍ਹਾਂ ਨੁਕਸਾਨਾਂ ਦੀਆਂ ਸਮਾਜਿਕ ਲਾਗਤਾਂ ਨੂੰ ਮੰਨਣਾ ਚਾਹੀਦਾ ਹੈ। ਡੈਂਡੀ ਗੈਰ ਜਥੇਬੰਦ ਸੈਕਟਰ ਦਾ ਕੁਝ ਸੁਭਾਅ ਹੀ ਅਜਿਹਾ ਹੈ ਕਿ ਇਸ ਵਿੱਚ ਨੌਕਰੀਆਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾਂਦੀ ਅਤੇ ਜਦੋਂ ਕਰੋੜਾਂ ਦੀ ਤਾਦਾਦ ਵਿੱਚ ਰੁਜ਼ਗਾਰ ਖੁੱਸ ਜਾਂਦਾ ਹੈ ਤਦ ਵੀ ਇਹ ਅੰਕੜੇ ਕਿਤੇ ਦਰਜ ਨਹੀਂ ਹੁੰਦੇ। ਡੈਂਡੀ ਜਦੋਂ ਬੇਰੁਜ਼ਗਾਰੀ ਆਪਣੇ ਇਤਿਹਾਸਕ ਪੱਧਰ 'ਤੇ ਚੱਲ ਰਹੀ ਹੋਵੇ ਅਤੇ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੋਵੇ ਤਾਂ ਅਜਿਹੇ ਸਮੇਂ ਇਹ ਦੇਸ਼ ਲਈ ਸ਼ੁਭ ਲੱਛਣ ਨਹੀਂ ਹੈ। ਡੈਂਡੀ ਈ-ਕਾਮਰਸ ਕੰਪਨੀਆਂ ਕੋਲ ਛੋਟੇ ਖਿਡਾਰੀਆਂ ਨੂੰ ਮੈਦਾਨ 'ਚੋਂ ਬਾਹਰ ਕਰਨ ਲਈ ਬਹੁਤ ਜ਼ਿਆਦਾ ਸਰਮਾਇਆ ਹੁੰਦਾ ਹੈ ਅਤੇ ਖਪਤਕਾਰਾਂ ਨੂੰ ਸਸਤੀਆਂ ਦਰਾਂ 'ਤੇ ਸਾਮਾਨ ਮੁਹੱਈਆ ਕਰਾਉਣ ਦੇ ਚੋਖੇ ਸਾਧਨ ਵੀ ਹੁੰਦੇ ਹਨ। ਡੈਂਡੀ ਈ-ਕਾਮਰਸ ਆਪਣੇ ਮੁਫਾਦ ਸਾਧਨ ਲਈ ਕ੍ਰੈਡਿਟ ਕਾਰਡ ਕੰਪਨੀਆਂ ਅਤੇ ਈ-ਪੇਮੈਂਟ ਪਲੇਟਫਾਰਮਾਂ 'ਤੇ ਵੀ ਮਨਮਰਜ਼ੀ ਦੀਆਂ ਸ਼ਰਤਾਂ ਠੋਸਣਗੀਆਂ। ਡੈਂਡੀ ਛੇਤੀ ਹੀ ਜਨਤਕ ਖੇਤਰ ਦੇ ਬੈਂਕਾਂ ਨੂੰ ਇਸ ਲਾਹੇਵੰਦ ਪ੍ਰਚੂਨ ਖੇਤਰ ਵਿੱਚ ਨੁਕਸਾਨ ਹੋਣਾ ਲੱਗ ਪਵੇਗਾ। ਡੈਂਡੀ ਈ-ਕਾਮਰਸ ਕੰਪਨੀਆਂ ਐਮੇਜ਼ਾਨ ਬੇਸਿਕਸ ਜਿਹੇ ਆਪਣੇ ਬ੍ਰਾਂਡ ਵੀ ਜਾਰੀ ਕਰਨਗੀਆਂ ਤਾਂ ਕਿ ਸਸਤਾ ਸਾਮਾਨ ਵੇਚ ਕੇ ਵੱਡੇ ਬ੍ਰਾਂਡਾਂ ਨੂੰ ਆਤਮ ਸਮਰਪਣ ਲਈ ਮਜਬੂਰ ਕੀਤਾ ਜਾ ਸਕੇ। ਡੈਂਡੀ ਐਮੇਜ਼ਾਨ ਨੇ ਪਿਛਲੇ ਹਫ਼ਤੇ 8.5 ਅਰਬ ਡਾਲਰ 'ਚ ਹਾਲੀਵੁੱਡ ਸਟੂਡੀਓ MGM ਖਰੀਦ ਲਿਆ ਸੀ। ਡੈਂਡੀ ਈ-ਪ੍ਰਚੂਨ ਅਤੇ ਈ-ਕਾਮਰਸ ਕੰਪਨੀਆਂ ਵਿਚਕਾਰ ਫਰਕ ਮਿਟਦਾ ਜਾ ਰਿਹਾ ਹੈ। ਡੈਂਡੀ ਈ-ਰਿਟੇਲ ਬਾਰੇ ਦਿਲਚਸਪ ਗੱਲ ਇਹ ਨਹੀਂ ਹੈ ਕਿ ਇਹ ਸਾਮਾਨ ਵੇਚਣ ਦਾ ਜ਼ਰੀਆ ਹੈ ਸਗੋਂ ਇਹ ਡੇਟਾ ਮਾਈਨਿੰਗ ਅਤੇ ਇਸ਼ਤਿਹਾਰਬਾਜ਼ੀ ਦਾ ਕਾਰੋਬਾਰ ਹੈ। ਡੈਂਡੀ ਡੇਟਾ ਜ਼ਰੀਏ ਕਾਰਪੋਰੇਟ ਕੰਪਨੀਆਂ ਵਿਅਕਤੀਗਤ ਖਪਤਕਾਰਾਂ ਦਾ ਵਿਹਾਰ ਪ੍ਰਭਾਵਿਤ ਕਰਨ ਦੇ ਸਮਰੱਥ ਹੋ ਜਾਂਦੀਆਂ ਹਨ ਜਦੋਂ ਕਿ ਵਿਆਪਕ ਪੱਧਰ 'ਤੇ ਡੇਟਾ ਸੰਗ੍ਰਹਿ ਹੋਣ ਨਾਲ ਵੱਡੇ ਪੱਧਰ 'ਤੇ ਬਾਜ਼ਾਰਾਂ ਦੀ ਘੜ ਭੰਨ ਕੀਤੀ ਜਾਂਦੀ ਹੈ। ਡੈਂਡੀ ਡੇਟਾ ਵਿੱਤ ਬੀਮਾ ਦਵਾ ਸਾਜ਼ ਅਤੇ ਸਿਹਤ ਸਨਅਤ ਆਦਿ ਲਈ ਵੀ ਕੀਮਤਾਂ ਸ਼ੈ ਹੈ ਜੋ ਈ-ਰਿਟੇਲ ਪਲੇਟਫਾਰਮਾਂ 'ਤੇ ਕੁਝ ਵੀ ਨਹੀਂ ਵੇਚਦੇ। ਡੈਂਡੀ ਯੂਰਪ ਵੱਡੀਆਂ ਤਕਨੀਕੀ ਕੰਪਨੀਆਂ ਦੇ ਏਕਾਧਿਕਾਰਵਾਦੀ ਵਿਹਾਰ ਦੀ ਰੋਕਥਾਮ ਅਤੇ ਡੇਟਾ ਨੂੰ ਗੁਪਤ ਹੀ ਰੱਖੇ ਜਾਣ ਵਾਸਤੇ ਕਾਨੂੰਨੀ ਪੇਸ਼ਬੰਦੀਆਂ ਕਰਨ ਬਾਰੇ ਸੋਚ ਰਿਹਾ ਹੈ। ਡੈਂਡੀ ਜਿਵੇਂ ਕਿ
ਸ਼ੁਰੂਆਤੀ ਦੌਰ ਦੇ ਆਧੁਨਿਕ ਰਿਟੇਲ ਸਟੋਰਾਂ ਵੱਲੋਂ ਬ੍ਰਾਂਡਾਂ ਤੋਂ ਆਪਣੇ ਸਟੋਰਾਂ ਦੀਆਂ ਸ਼ੈਲਫਾਂ 'ਤੇ ਉਹਨਾਂ ਦਾ ਸਮਾਨ ਚਮਕਾ ਕੇ ਰੱਖਣ ਵਾਸਤੇ ਵੱਧ ਕਮਿਸ਼ਨ ਮੰਗਿਆ ਜਾਂਦਾ ਸੀ। ਈ ਰਿਟੇਲ ਪਲੇਟਫਾਰਮ ਵੀ ਉਸੇ ਰਾਹ 'ਤੇ ਚੱਲ ਰਹੇ ਹਨ। ਡੰਡੀ ਬ੍ਰਾਂਡਾਂ ਨੂੰ ਆਪਣੇ ਉਤਪਾਦਾਂ ਦੀ ਦਿਸਣ ਯੋਗਤਾ ਵਧਾਉਣ ਖਾਤਰ ਚੋਖਾ ਪੈਸਾ ਖਰਚਣਾ ਪਵੇਗਾ। ਡੰਡੀ ਜਦੋਂ 1998 ਵਿੱਚ ਗੂਗਲ ਦੀ ਸਥਾਪਨਾ ਹੋਈ ਸੀ ਤਾਂ ਅਖਬਾਰੀ ਮੀਡੀਆ ਵਿਗਿਆਪਨ ਮਾਲੀਏ ਦਾ 50% ਹਿੱਸਾ ਹਾਸਲ ਕਰਦਾ ਸੀ, ਜੋ ਅੱਜ ਘਟ ਕੇ 10% ਰਹਿ ਗਿਆ ਹੈ। ਡੰਡੀ ਇਸ ਸਾਲ ਅਮਰੀਕਾ ਵਿੱਚ ਕੁੱਲ ਡਿਜੀਟਲ ਇਸ਼ਤਿਹਾਰਬਾਜ਼ੀ ਮਾਲੀਏ 'ਚੋਂ ਗੂਗਲ ਨੇ 30%, ਫੇਸਬੁੱਕ ਨੇ 23% ਅਤੇ ਐਮੇਜ਼ਾਨ ਨੇ 10% ਮਾਲੀਆ ਅਰਜਿਤ ਕੀਤਾ ਹੈ। ਡੰਡੀ ਆਜ਼ਾਦ ਮੀਡੀਆ ਸਹੀ ਮਾਇਨਿਆਂ 'ਚ ਲੋਕਤੰਤਰ ਦਾ ਥੰਮ ਹੈ। ਡੰਡੀ ਇਹ ਵਿਗਿਆਪਨਾਂ ਦੇ ਸਾਹੀਂ ਜਿਉਂਦਾ ਹੈ ਅਤੇ ਇਸ ਦਾ ਪਤਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਡੰਡੀ ਅਮਰੀਕਾ ਵਿੱਚ ਪ੍ਰਾਈਵੇਟ ਕੰਪਨੀ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਨੂੰ ਆਪਣੇ ਸੰਚਾਰ ਪਲੇਟਫਾਰਮ ਦੀ ਵਰਤੋਂ ਕਰਨ ਤੋਂ ਨਾ ਕਰਕੇ ਆਪਣੀ ਡਿਜੀਟਲ ਤਾਕਤ ਦਾ ਮੁਜ਼ਾਹਰਾ ਕਰ ਦਿੱਤਾ ਹੈ। ਡੰਡੀ ਹਾਲ ਹੀ ਵਿੱਚ ਗੂਗਲ ਨੇ ਆਸਟ੍ਰੇਲੀਆ ਨੂੰ ਧਮਕੀ ਦਿੱਤੀ ਸੀ ਕਿ ਉਸ ਨੂੰ ਆਪਣੇ ਸਰਚ ਇੰਜਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਡੰਡੀ ਅੱਜ ਜਦੋਂ ਟਵਿੱਟਰ ਅੰਦੋਲਨਕਾਰੀ ਕਿਸਾਨਾਂ ਦੀਆਂ ਸਰਕਾਰ ਵਿਰੋਧੀ ਟਿੱਪਣੀਆਂ ਹਟਾ ਦਿੰਦਾ ਹੈ ਤਾਂ ਭਾਰਤੀ ਲੀਡਰਸ਼ਿਪ ਕੱਛਾਂ ਵਜਾਉਂਦੀ ਹੈ, ਪਰ ਉਹ ਦਿਨ ਦੂਰ ਨਹੀਂ ਜਦੋਂ ਇਹੋ ਕਾਰਪੋਰੇਟ ਕੰਪਨੀਆਂ ਆਪ ਹੀ ਲੋਕ ਮਤ ਸਿਰਜ ਕੇ ਚੋਣਾਂ ਨਿਰਧਾਰਤ ਕਰਨ ਲੱਗਣਗੀਆਂ ਤਾਂ ਫਿਰ ਲੋਕਤੰਤਰ ਦੀ ਹੋਂਦ ਦਾ ਸਵਾਲ ਖੜਾ ਹੋ ਜਾਵੇਗਾ। ਡੰਡੀ ਸਾਨੂੰ ਡੇਟਾ ਦੇਸ਼ ਦੇ ਅੰਦਰ ਰੱਖਣ ਲਈ ਕਾਨੂੰਨ ਬਣਾਉਣ ਦੀ ਲੋੜ ਹੈ। ਡੰਡੀ ਨਾਲ ਹੀ ਇਹ ਯਕੀਨੀ ਬਣਾਉਣ ਦੀ ਵੀ ਲੋੜ ਹੈ ਕਿ ਜਦੋਂ ਵੀ ਇਹ ਕੰਪਨੀਆਂ ਆਪਣੇ ਵਰਤੋਂਕਾਰਾਂ ਤੋਂ ਹਾਸਲ ਕੀਤੀ ਜਾਣਕਾਰੀ ਦੀ ਵਰਤੋਂ ਕਰਦੀਆਂ ਹਨ ਤਾਂ ਉਹਨਾਂ ਤੋਂ ਹਰ ਵਾਰ ਭਰਪਾਈ ਕਰਵਾਈ ਜਾਵੇ ਅਤੇ ਈ-ਕਮਰਸ ਲੈਣ ਦੇਣ ਦੇ ਵਿਸ਼ੇਸ਼ ਟੈਕਸ ਆਇਦ ਕੀਤਾ ਜਾਵੇ। ਡੰਡੀ ਇਹ ਟੈਕਸ ਹੁਨਰ ਵਿਕਾਸ, ਹੁਨਰ ਸਿਖਲਾਈ ਅਤੇ ਮੁਸੀਬਤ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਵਾਸਤੇ ਵਰਤੇ ਜਾ ਸਕਦੇ ਹਨ। ਡੰਡੀ ਅਜਿਹੀ ਗੱਲ ਨਹੀਂ ਕਿ ਭਾਰਤ ਸਰਕਾਰ ਇਸ ਕਿਸਮ ਦੀਆਂ ਵੱਡੀਆਂ ਕੰਪਨੀਆਂ ਉਸਾਰ ਨਹੀਂ ਸਕਦੀ। ਅਸੀਂ MTNL ਤੇ BSNL ਜਿਹੀਆਂ ਕੰਪਨੀਆਂ ਬਣਾਈਆਂ ਸਨ ਜਿੱਥੇ ਭਾਰਤ ਸਰਕਾਰ ਦਾ ਏਕਾ ਅਧਿਕਾਰ ਰਿਹਾ ਹੈ, ਪਰ ਇਹਨਾਂ ਨੂੰ ਗਿਣ ਮਿਥ ਕੇ ਘਾਟੇਵੰਦ ਬਣਾ ਦਿੱਤਾ ਗਿਆ ਹੈ ਤਾਂ ਕਿ ਇਸ ਦੇ ਮੁਕਾਬਲੇ 'ਤੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਲਾਹਾ ਪਹੁੰਚਾਇਆ ਜਾ ਸਕੇ ਤੇ ਅਸੀਂ ਇਹ ਮੌਕਾ ਗਵਾ ਲਿਆ। ਡੰਡੀ ਸਟਾਰ ਪਰ ਹਾਲੇ ਵੀ ਉਮੀਦ ਬਚੀ ਹੈ। ਭਾਰਤ ਡਾਕ ਤਾਰ ਵਿਭਾਗ ਨੂੰ UPI ਬੈਂਕਿੰਗ ਲਾਇਸੈਂਸ ਸਹਿਤ ਹੋਮ ਡਿਲੀਵਰੀ ਸੇਵਾ ਕੰਪਨੀ ਵਾਲੀ ਇੱਕ ਲੌਜਿਸਟਿਕ ਹੱਥ ਦਾ ਰੂਪ ਦੇ ਸਕਦਾ ਹੈ, ਜਿਸ ਦੀ ਕੀਮਤ $100 ਅਰਬ ਤੱਕ ਜਾ ਸਕਦੀ ਹੈ। ਡੰਡੀ ਪਰ ਭਾਰਤੀ ਨੀਤੀ ਘਾੜਿਆਂ ਤੇ ਸਿਆਸਤਦਾਨਾਂ ਨੂੰ ਆਪਣੇ ਨਾਗਰਿਕਾਂ ਲਈ ਮੁੱਲਵਾਨ ਸੇਵਾਵਾਂ ਪੈਦਾ ਕਰਨ ਦੀ ਬਜਾਏ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਲੜਨ ਭਿੜਨ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ। ਡੰਡੀ ਜੀਓ ਮਾਰਟ ਦੀ ਅਸਲ ਕੀਮਤ
25,000 ਕਰੋੜ ਹੈ, ਪਰ ਪੂੰਜੀ ਬਾਜ਼ਾਰ ਵਿੱਚ ਇਸ ਦੀ ਹਿੱਸਾ ਪੱਤੀ 1.50 ਲੱਖ ਕਰੋੜ ਹੋ ਗਈ ਹੈ। ਡੰਡੀ ਵਿਦੇਸ਼ੀ ਪੂੰਜੀ ਦੀ ਆਮਦ ਨਾਲ ਮੁਕਾਬਲੇਬਾਜ਼ੀ ਵੱਧਦੀ ਹੈ। ਡੰਡੀ ਇਸ ਦੀ ਬਜਾਏ ਸਾਨੂੰ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਕਾਰੋਬਾਰ ਚੱਲਦੇ ਕਿਵੇਂ ਹਨ, ਕਿਵੇਂ ਨਿਯਮਤ ਕੀਤੇ ਜਾਂਦੇ ਹਨ ਅਤੇ ਏਕਾ ਅਧਿਕਾਰ ਕਿਵੇਂ ਸਿਰਜਦੇ ਹਨ, ਜਿਨ੍ਹਾਂ ਨਾਲ ਅਸਮਾਨਤਾ ਤਾਂ ਨਹੀਂ ਘਟਦੀ ਸਗੋਂ ਕੀਮਤਾਂ ਵੱਧ ਜਾਂਦੀਆਂ ਹਨ। ਡੰਡੀ ਕੀ ਭਾਰਤ ਇਹ ਯਕੀਨੀ ਬਣਾ ਸਕਦਾ ਹੈ ਕਿ ਸਿਸਟਮ ਕਾਰੋਬਾਰ ਲਈ ਕੰਮ ਨਹੀਂ ਕਰਦਾ ਸਗੋਂ ਕਾਰੋਬਾਰ ਲੋਕਾਂ ਲਈ ਕੰਮ ਕਰਦੇ ਹਨ? ਪ੍ਰਸ਼ਨ ਚਿੰਨ੍ਹ। ਨਿਯਮਾਂ ਕਾਨੂੰਨਾਂ ਅਤੇ ਦਿਆਨਤਦਾਰੀ ਦੀ ਪਾਲਣਾ ਕਰਾਉਣ ਵਾਲੇ ਅਦਾਰੇ ਸਾਹਸਤਹੀਣ ਨਜ਼ਰ ਆ ਰਹੇ ਹਨ ਤੇ ਇਹਨਾਂ ਨੂੰ ਗਿਣ ਮਿਥ ਕੇ ਨਿਤਾਣੇ ਕੀਤਾ ਗਿਆ ਹੈ। ਡੰਡੀ ਫਰਮਾ ਬਰਾਦਰ ਨਿਜ਼ਾਮ ਤੇ ਸਭ ਪਾਰਟੀਆਂ ਦੇ ਸਿਆਸਤਦਾਨਾਂ ਤੇ ਵਕਤੀ ਹਿੱਤਾਂ ਦੇ ਸਰੋਕਾਰ ਭਾਰੂ ਹੋਣ ਕਰਕੇ ਮੁੱਠੀ ਭਰ ਲੋਕਾਂ ਨੂੰ ਸਰਪਟ ਦੌੜਨ ਦੀ ਖੁੱਲ੍ਹੀ ਛੋਟ ਮਿਲੀ ਹੋਈ ਹੈ। ਡੰਡੀ ਜਨਤਕ ਸਰਗਰਮੀ ਨਾਲ ਹੀ ਧਨ ਕੁਬੇਰਾਂ ਨੂੰ ਪੂਰੇ ਰਾਸ਼ਟਰ 'ਤੇ ਕਬਜ਼ਾ ਜਮਾਉਣ ਤੋਂ ਰੋਕਿਆ ਜਾ ਸਕਦਾ ਹੈ। ਡੰਡੀ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਕਿਸਾਨਾਂ ਦਾ ਕੋਈ ਅਦਾਰਾ ਈ-ਰਿਟੇਲ ਤੇ ਡੇਟਾ ਅਰਥਤੰਤਰ ਬਾਰੇ ਫਿਕਰਮੰਦੀ ਨਾਲ ਕਿਉਂ ਲਿਖ ਰਿਹਾ ਹੈ। ਡੰਡੀ ਇਸ ਦਾ ਜਵਾਬ ਦੋ ਪਰਤੀ ਹੈ। ਪਹਿਲਾ ਇਹ ਕਿ ਜਦੋਂ ਵਡੇਰੀ ਤਸਵੀਰ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਤਾਂ ਇਸ ਦੀ ਗੱਲ ਕੀਤੀ ਜਾਣੀ ਬਣਦੀ ਹੈ। ਡੰਡੀ ਬਹੁਤੇ ਲੋਕੀ ਆਪਣੇ ਆਸੇ-ਪਾਸੇ ਦਰੱਖਤ ਦੀ ਗੱਲ ਕਰਦੇ ਹਨ ਪਰ ਜੰਗਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਡੰਡੀ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕਿਸਾਨ ਦੀ ਰੋਜ਼ੀ ਰੋਟੀ ਦਾ ਸੰਬੰਧ ਇਸ ਗੱਲ ਨਾਲ ਜ਼ਿਆਦਾ ਜੁੜਿਆ ਹੋਇਆ ਕਿ ਖੇਤੀ ਤੋਂ ਪਾਰ ਕੀ ਕੁਝ ਚੱਲ ਰਿਹਾ ਹੈ। ਮੰਨੋ ਭਾਵੇਂ ਨਾ, ਪਰ ਜੇ ਅਰਥਚਾਰਾ ਤਰੱਕੀ ਕਰਦਾ ਹੈ, ਜਦੋਂ ਪ੍ਰਾਈਵੇਟ ਸੈਕਟਰ ਚੰਗੀ ਕਾਰਗੁਜ਼ਾਰੀ ਦਿਖਾਉਂਦਾ ਹੈ, ਜਦੋਂ ਹਰ ਮਹੀਨੇ ਕਰੋੜਾਂ ਦੀ ਤਾਦਾਦ ਵਿੱਚ ਰੁਜ਼ਗਾਰ ਪੈਦਾ ਹੁੰਦਾ ਹੈ ਤਾਂ ਖਪਤਕਾਰਾਂ ਕੋਲ ਪੋਸ਼ਕ ਖਾਣੇ ਲਈ ਜ਼ਿਆਦਾ ਖਰਚ ਕਰਨ ਜੋਗੇ ਪੈਸੇ ਆਉਣਗੇ ਅਤੇ ਤਦ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਬਿਹਤਰ ਭਾਅ ਮਿਲ ਸਕਣਗੇ ਤੇ ਉਹਨਾਂ ਦੀ ਰੋਜ਼ੀ ਰੋਟੀ ਬਿਹਤਰ ਹੋ ਸਕੇਗੀ। ਡੰਡੀ।